ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਮੀਡੀਆ ਰਾਹੀਂ ਜਨਤਾ ਨੂੰ, ਮੀਡੀਆ ਨੂੰ ਤੇ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਖਰੜ ਤੋਂ ਕੁਰਾਲੀ ਰੋਡ ਦੇ ਉੱਤੇ ਪ੍ਰਭ ਆਸਰਾ ਟਰਸਟ ਹੈ। ਉਹ ਟਰਸਟ ਕੀ ਹੈ ਕਿ ਜਿਹੜੇ ਸਮਾਜ ਦੇ ਵਿੱਚ ਲਾਵਾਰਸ ਬੱਚੇ ਹੈ, ਅਪੰਗ ਬੱਚੇ ਹੈ, ਮੰਦਬੁੱਧੀ ਬੱਚੇ ਹੈ, ਮੰਦਬੁੱਧੀ ਬਜ਼ੁਰਗ ਹੈ, 1 ਦਿਨ ਤੋਂ ਲੈ ਕੇ 100 ਸਾਲ ਤੱਕ ਦੇ ਲੋਕ, ਕਿਸੇ ਦੀ ਲੱਤ ਨਹੀਂ ਹੈ, ਕਿਸੇ ਦੀ ਬਾਂਹ ਨਹੀਂ ਹੈ, ਕਿਸੇ ਦੀ ਅੱਖ ਨਹੀਂ ਹੈ, ਕੋਈ ਦਿਮਾਗੀ ਤੌਰ ਤੇ ਬਿਲਕੁਲ ਨਿਲ ਹੈ, ਕੋਈ ਟੱਟੀ ਪਿਸ਼ਾਬ ਨਹੀਂ ਆਪਣੀ ਮਰਜ਼ੀ ਨਾਲ ਕਰ ਸਕਦਾ, ਉਹਨਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਸਾਡੀ ਸਰਕਾਰਾਂ ਦੀ ਹੈ। ਜੇ ਸਰਕਾਰ ਬਿਜਲੀ ਦੇ ਬਿੱਲਾਂ ਦੇ ਵਿੱਚ ਗਊ ਮਾਤਾ ਲਈ ਟੈਕਸ ਲਗਾ ਕੇ ਗਊ ਦੀ ਸੇਵਾ ਕਰ ਸਕਦੀ ਹੈ ਤਾਂ ਜਿਹੜੇ ਇਨਸਾਨ ਹੈ ਕੁਦਰਤ ਦੀ ਮਾਰ ਕਰਕੇ ਕਿਸੇ ਕਾਰਨ ਉਹ ਪੂਰੇ ਨਹੀਂ ਹੋ ਸਕੇ, ਉਹਨਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ, ਸਰਕਾਰਾਂ ਦੇ ਡਾਕਟਰਾਂ ਦੀ ਹੈ, ਸਰਕਾਰਾਂ ਦੇ ਹਸਪਤਾਲਾਂ ਦੀ ਹੈ। ਪਰ ਸਰਕਾਰਾਂ ਨਾਕਾਮ ਹੈ, ਸਾਡੇ ਪੰਜਾਬ ਦੀਆਂ ਤੇ ਸਾਡੇ ਦੇਸ਼ ਦੀਆਂ ਸਰਕਾਰਾਂ ਨਾਕਾਮ ਹੈ। ਇਸ ਕਰਕੇ ਐਦਾਂ ਦੇ ਜਿਹੜੇ ਅਪੰਗ ਲੋਕ ਹੈ, ਬਜ਼ੁਰਗ ਹੈ, ਬੱਚੇ ਹੈ, ਨੌਜਵਾਨ ਹੈ ਜਾਂ ਸਾਡੇ ਵੀਰ ਹੈ, ਉਹ ਸੜਕਾਂ ਤੇ ਪਾਗਲਾਂ ਦੀ ਤਰ੍ਹਾਂ ਘੁੰਮਦੇ ਆ। ਲੋਕ ਉਹਨਾਂ ਨੂੰ ਪਾਗਲ ਸਮਝਦੇ ਆ, ਇੱਟਾਂ ਰੋੜੇ ਮਾਰਦੇ ਆ ਤੇ ਉਹਨਾਂ ਨੂੰ ਸਾਂਭਣ ਦੇ ਵਿੱਚ ਜਦੋਂ ਸਰਕਾਰਾਂ ਨਾਕਾਮ ਹੋ ਗਈਆਂ ਤਾਂ ਸਮਾਜ ਸੇਵੀਆਂ ਨੇ, ਦਾਨੀਆਂ ਨੇ ਪ੍ਰਭ ਆਸਰਾ ਟਰਸਟ ਖੜਾ ਕੀਤਾ ਤੇ ਇੱਕ ਵਧੀਆ ਹਸਪੀਟਲ ਤੋਂ ਜ਼ਿਆਦਾ ਵਧੀਆ ਸਹੂਲਤਾਂ ਦੇ ਕੇ ਇਹਨਾਂ ਬੱਚਿਆਂ ਦੀ ਦੇਖਭਾਲ ਕਰ ਰਹੇ ਆ, ਇਹਨੂੰ ਮਰਨ ਤੋਂ ਬਚਾ ਰਹੇ ਆ, ਇਹਨੂੰ ਡਾਕਟਰੀ ਸਹੂਲਤਾਂ ਦੇ ਰਹੇ ਆ, ਇਹਨੂੰ ਰੋਟੀ ਪਾਣੀ ਦੇ ਰਹੇ ਆ ਬਿਨਾਂ ਕਿਸੇ ਸਰਕਾਰਾਂ ਤੋਂ, ਦਾਨੀ ਸੱਜਣਾ ਦੇ ਸਿਰ ਤੇ। ਹੁਣ ਸਾਡੇ ਤੇ ਆ ਗਈ ਆਫਤ ਕਰੋਨਾ ਕਾਲ ਦੇ ਵਿੱਚ ਜਦੋਂ ਪੂਰੀ ਦੁਨੀਆ 'ਚ ਆਫਤ ਆ ਗਈ ਤਾਂ ਜਿਹੜੇ ਦਾਨੀ ਸੱਜਣ ਸਾਡੀ ਮਾੜੀ ਮੋਟੀ ਮਦਦ ਕਰਦੇ ਸੀ ਉਹ ਹੁਣ ਵਿਦੇਸ਼ਾਂ ਵਿੱਚੋਂ ਸਾਨੂੰ ਕੋਈ ਮਦਦ ਨਹੀਂ ਮਿਲ ਰਹੀ ਕਿ ਸਰਕਾਰਾਂ ਦੇ ਕੁਝ ਪਾਲਿਸੀਆਂ 'ਚ ਬਦਲਾਅ ਆ ਗਿਆ। ਹੁਣ ਹੋਇਆ ਕਿ ਅਸੀਂ ਰੋਟੀ ਖਾਣ ਦੇ ਕਾਬਲ ਨਹੀਂ, ਸਾਨੂੰ ਕਿਸੇ ਤਰੀਕੇ ਨਾਲ ਦਾਨੀ ਸੱਜਣ ਰੋਟੀ ਦਿੰਦੇ ਆ, ਸਾਨੂੰ ਕੱਪੜਾ ਦਿੰਦੇ ਆ, ਸਾਨੂੰ ਪਾਣੀ ਦਿੰਦੇ ਆ। ਸਰਕਾਰ ਤੇ ਸਾਡੀ ਮਜਬੂਰੀ ਹੈ, ਸਾਨੂੰ ਬਿਜਲੀ ਸਰਕਾਰ ਤੋਂ ਲੈਣੀ ਪੈਂਦੀ ਹੈ। ਤਾਂ ਹੁਣ ਸਰਕਾਰ ਕਹਿ ਰਹੀ ਹੈ ਕਿ ਤੁਹਾਡੇ ਪ੍ਰਭ ਆਸਰਾ ਟਰਸਟ ਦਾ ਬਿਜਲੀ ਦਾ ਬਿੱਲ ਬਕਾਇਆ ਹੈ, ਉਹ ਭਰ ਦਿਓ, ਨਹੀਂ ਤਾਂ ਅਸੀਂ ਬਿਜਲੀ ਬੰਦ ਕਰ ਦੇਣੀ। ਜੇ ਪੀਜੀ ਦੀ ਬਿਜਲੀ ਬੰਦ ਹੋ ਜੇ, ਕਿਸੇ ਸਰਕਾਰੀ ਹਸਪਤਾਲ ਦੀ ਬਿਜਲੀ ਬੰਦ ਹੋ ਜੇ ਤਾਂ ਕਿੰਨੇ ਮਰੀਜ਼ ਮਰ ਜਾਣਗੇ। ਤੇ ਹੁਣ ਪ੍ਰਭ ਆਸਰਾ ਟਰਸਟ ਦੀ ਬਿਜਲੀ ਬੰਦ ਹੋ ਗਈ ਕਿਉਂਕਿ ਸਰਕਾਰ ਨੇ ਸਾਡੇ ਵੱਲ ਪੈਂਡਿੰਗ ਬਿੱਲ ਖੜਾ ਕਰਤਾ। ਮੈਂ ਸਮਝਦਾ ਸਰਕਾਰ ਦਾ ਬਿਜਲੀ ਬੋਰਡ ਇੱਕ ਦੁਕਾਨ ਹੈ, ਅਸੀਂ ਗਾਹਕ ਹੈ। ਜੇ ਤੁਸੀਂ ਗਰੀਬਾਂ ਨੂੰ ਬਿਜਲੀ ਮੁਫਤ ਦਿੰਦਾ ਹੈ, ਕੋਈ 200 ਯੂਨਿਟ ਹੈ, ਕੋਈ 300 ਯੂਨਿਟ ਹੈ, ਕਦੇ ਸਰਕਾਰ ਕੋਈ ਐਲਾਨ ਕਰਦੀ ਹੈ, ਅਪੰਗ ਬੱਚਿਆਂ ਨੂੰ ਤੁਸੀਂ ਪੈਨਸ਼ਨ ਦਿੰਦੇ ਆ, ਹੈਂਡੀਕੈਪ ਪੈਨਸ਼ਨ ਦਿੰਦੇ ਆ, ਤਾਂ ਇਹ ਬੱਚੇ ਜਿਹੜੇ ਬੈਠੇ ਇੱਥੇ, ਇਹ ਬਜ਼ੁਰਗ ਜਿਹੜੇ ਖੜੇ ਆ, ਇਹਨਾਂ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਜੇ ਸਰਕਾਰ ਨਹੀਂ ਚੱਕ ਸਕਦੀ। ਅਸੀਂ ਅੱਜ ਮੀਡੀਆ ਰਾਹੀਂ ਭਗਵੰਤ ਮਾਨ ਜੀ ਨੂੰ, ਪੰਜਾਬ ਸਰਕਾਰ ਨੂੰ ਬੇਨਤੀ ਕਰਨ ਆਏ ਆ ਕਿ ਇਮੀਡੀਏਟ ਕਨੈਕਸ਼ਨ ਚਾਲੂ ਕਰਕੇ ਬਿਜਲੀ ਚਾਲੂ ਕਰੋ ਤਾਂ ਕਿ ਸਾਡੇ ਬੱਚਿਆਂ ਦੇ ਟਾਇਲਟ ਦੇ ਵਿੱਚ ਪਾਣੀ ਆ ਸਕੇ, ਤਾਂ ਕਿ ਬੱਚਿਆਂ ਦਾ ਜਿੱਥੇ ਖਾਣਾ ਬਣਦਾ ਉੱਥੇ ਰੋਟੀ ਲਈ ਸਾਨੂੰ ਪਾਣੀ ਮਿਲ ਸਕੇ, ਤਾਂ ਕਿ ਜਿਹੜੇ ਬੱਚੇ 4-4 ਵਜੇ ਸਟੂਲ ਪਾਸ ਕਰਦੇ ਕੱਪੜਿਆਂ 'ਚ ਉਹਨਾਂ ਨੂੰ ਧੋਣ ਵਾਸਤੇ ਪਾਣੀ ਦਾ ਇੰਤਜ਼ਾਮ ਹੋ ਸਕੇ, ਤਾਂ ਕਿ ਬੱਚੇ ਜਿਹੜੀ ਮਸ਼ੀਨਾਂ ਚੱਲਦਾ, ਕੋਈ ਆਕਸੀਜਨ ਤੇ ਲੱਗਿਆ ਹੋਇਆ, ਕੋਈ ਕਿਸੇ ਹੋਰ ਵੈਂਟੀਲੇਟਰ ਤੇ ਲੱਗਿਆ ਹੋਇਆ, ਉਹਨਾਂ ਦਾ ਕੋਈ ਮਾੜੀ ਘਟਨਾ ਨਾ ਵਾਪਰ ਜੇ। ਇਮੀਡੀਏਟ ਕਰੋ। ਹੋਰ ਮੈਂ ਇੱਕ ਛੋਟੀ ਦੱਸਦਾ, ਵੱਡੇ ਬਿਲਡਰਾਂ ਦੇ ਬਿਜਲੀ ਦੇ ਬਿੱਲ ਬਕਾਏ ਆ, ਹੁਣ ਵੀ ਚੱਲਦੇ ਆ। ਜੇ ਸਰਕਾਰਾਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਜੀ ਦਾ 96 ਲੱਖ ਦਾ ਬਿਜਲੀ ਦਾ ਬਿੱਲ ਮਾਫ ਕਰ ਸਕਦੇ ਆ, ਉਹਨਾਂ ਦੀ ਕੋਠੀਆਂ ਦੇ ਕਿਰਾਏ ਮਾਫ ਕਰ ਸਕਦੇ ਆ, ਤਾਂ ਸਾਨੂੰ ਇਹਨਾਂ ਅਪੰਗ ਬੱਚਿਆਂ ਨੂੰ ਮਾਫੀ ਕਿਉਂ ਨਹੀਂ ਚਾਹੀਦੀ? ਸਰਕਾਰ ਨੂੰ ਇਹ ਹੈ ਸਾਨੂੰ ਡਾਕਟਰ ਵੀ ਦੇ, ਸਾਨੂੰ ਤਨਖਾਹਾਂ ਵੀ ਦੇਣ, ਸਾਨੂੰ ਬਿਜਲੀ ਪਾਣੀ ਵੀ ਦੇ। ਅਸੀਂ ਜ਼ਿਆਦਾ ਕੁਝ ਨਹੀਂ ਮੰਗਦੇ। ਐਮਰਜੈਂਸੀ ਹਾਲਤ ਹੈ, ਬੱਚਿਆਂ ਦੀ ਇਮੀਡੀਏਟ ਬਿਜਲੀ ਚਾਲੂ ਕਰਕੇ ਜ਼ਿੰਦਗੀਆਂ ਬਚਾਈਆਂ ਜਾਣ। ਇਸ ਲਈ ਆਪਾਂ ਤੁਹਾਡੇ ਕੋਲ ਬੇਨਤੀ ਕਰਨ ਆਏ ਹਾਂ। ਇਹ ਬੇਨਤੀ ਅਸੀਂ SDM ਤੋਂ ਲੈ ਕੇ DC ਤੱਕ, MLA ਖਰੜ ਗਗਨ ਮਾਨ ਤੱਕ ਤੇ MLA ਖਰੜ ਨੇ ਕੱਲ ਐਮਰਜੈਂਸੀ ਸਮਝਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਆਪਣਾ DO ਲਗਾ ਕੇ ਚਿੱਠੀ ਭੇਜੀ ਹੈ। ਗੱਲ ਮੁੱਖ ਮੰਤਰੀ ਤੱਕ ਵੀ ਪਹੁੰਚ ਗਈ। ਅਸੀਂ ਇੰਤਜ਼ਾਰ ਨਹੀਂ ਕਰ ਸਕਦੇ ਕਿਉਂਕਿ ਜੇ 1 ਦਿਨ ਵੀ ਲੇਟ ਹੋ ਗਿਆ ਕੋਈ ਨਾ ਕੋਈ ਨੁਕਸਾਨ ਹੋ ਜਾਏਗਾ ਤੇ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਅਸੀਂ ਕੋਈ ਚੇਤਾਵਨੀ ਨਹੀਂ ਦੇ ਰਹੇ। ਕੱਲ ਇਲਾਕੇ ਦੇ ਲੋਕਾਂ ਨੇ ਭਾਰੀ ਇਕੱਠ ਕੀਤਾ ਪ੍ਰਭ ਆਸਰਾ ਟਰਸਟ ਦੇ ਬਾਹਰ। ਇਹ ਸੰਸਥਾ ਵਾਲੇ ਨਹੀਂ ਮੰਨਦੇ ਸੀ। ਇਲਾਕੇ ਲੋਕ ਕਹਿੰਦੇ ਸੜਕਾਂ ਜਾਮ ਕਰ ਦਈਏ, ਇਹਨਾਂ ਬੱਚਿਆਂ ਨੂੰ 400-500 ਨੂੰ ਸੜਕਾਂ ਤੇ ਲੈ ਕੇ ਬੈਠ ਜਾਈਏ, ਸਰਕਾਰਾਂ ਮਜਬੂਰ ਹੋ ਕੇ ਆਣਗੀਆਂ। ਪਰ ਅਸੀਂ ਕੱਲ ਫੈਸਲਾ ਲਿਆ ਨਹੀਂ, ਅਸੀਂ ਪਹਿਲਾਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸਰਕਾਰ ਨੇ ਬਿਜਲੀ ਚਾਲੂ ਨਾ ਕਰੀ ਤਾਂ ਇਹ 500 ਦੇ ਕਰੀਬ ਬੱਚੇ ਅਸੀਂ ਸੜਕਾਂ ਤੇ ਛੱਡਾਂਗੇ, ਜਾਂ ਮੁੱਖ ਮੰਤਰੀ ਘਰ ਦੇ ਕੇ ਛੱਡਾਂਗੇ, ਜਾਂ ਫਿਰ ਮੁੱਖ ਮੰਤਰੀ ਪੰਜਾਬ ਇੰਤਜ਼ਾਮ ਕਰੇ ਕਿਹੜੇ ਹਸਪਤਾਲ 'ਚ ਇਹਨਾਂ ਬੱਚਿਆਂ ਦਾ ਇੰਤਜ਼ਾਮ ਕਰਨਾ ਹੈ, ਉਹਦਾ ਇਲਾਜ ਕਰੇ। ਜੇ ਨਹੀਂ ਕਰ ਸਕਦਾ ਤਾਂ ਅਸੀਂ ਬੇਨਤੀ ਕਰਨਾ ਹੈ ਕਿ ਬਿਜਲੀ ਚਾਲੂ ਕਰੋ। ਅਗਲੀ ਟੈਕਨੀਕਲ ਗੱਲ ਹੈ, ਡਾਕਟਰ ਦਲੇਰ ਸਿੰਘ ਮੁਲਤਾਨੀ ਜੀ ਹੈ, ਸਰਦਾਰ ਸ਼ਮਸ਼ੇਰ ਸਿੰਘ ਜੀ ਦੇ ਚੇਅਰਮੈਨ ਹੈ ਪ੍ਰਭ ਆਸਰਾ ਟਰਸਟ ਦੇ, ਤੇ RS ਬੈਂਸ ਜੀ ਆ ਰਹੇ ਹੈ, ਕਿਸੇ ਕਾਰਨ ਹਾਈ ਕੋਰਟ 'ਚ ਲੇਟ ਹੈ, ਉਹ ਕਰਨਗੇ। ਹਾਂ ਸ਼ਮਸ਼ੇਰ ਜੀ। ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ।
ਸਾਡੇ ਸਮਾਜ ਦੇ ਬਹੁਤ ਸਾਰੇ ਜਿਹੜੇ ਪਰੇਸ਼ਾਨੀਆਂ ਕਰਕੇ ਆਪਣੀ ਸੰਭਾਲ ਤੋਂ ਮੁਤਾਜ ਹੋ ਗਏ ਆ, ਮਾਨਸਿਕ ਰੋਗਾਂ ਤੋਂ ਪੀੜਤ ਹੋ ਗਏ ਆ। ਕੋਈ ਡਿਮੈਂਸ਼ੀਆ ਕਰਕੇ ਸੜਕਾਂ ਤੇ ਰੋਣ ਲੱਗ ਗਿਆ, ਕੋਈ ਇਨਜਸਟਿਸ ਕਰਕੇ, ਕੋਈ ਟੌਰਚਰ ਕਰਕੇ, ਜਾਂ ਕਿਸੇ ਦਾ ਕੋਈ ਔਲਾਦ ਨਹੀਂ ਹੋਈ ਐਸਾ ਬਜ਼ੁਰਗ, ਜਾਂ ਕਿਸੇ ਨੇ ਸ਼ਾਦੀ ਨਹੀਂ ਕਰਾਈ, ਜਾਂ ਕਿਸੇ ਨੂੰ ਆਪਣੇ ਨੇ ਵੀਰਾਨ ਥਾਵਾਂ ਤੇ ਛੱਡ ਦਿੱਤਾ। ਬਹੁਤ ਸਾਰੇ ਕਾਰਨਾਂ ਕਰਕੇ ਕਈਆਂ ਦੇ ਸਿਰ ਤੇ ਮਾਂ-ਬਾਪ ਨਹੀਂ ਰਹੇ। ਇਹ ਬੱਚੇ ਜਿਨ੍ਹਾਂ ਨੂੰ ਕੋਈ ਕ੍ਰੈਡਲ ਦੇ ਵਿੱਚ ਵੀ ਨਹੀਂ, ਕ੍ਰੈਡਲ ਦੇ ਨੀਚੇ ਪਾ ਗਿਆ, ਭਾਵੇਂ ਉਹ ਫਾਜ਼ਿਲਕਾ ਦਾ ਸੀ ਤੇ ਭਾਵੇਂ ਉਹ ਬਠਿੰਡੇ ਦਾ ਸੀ, ਭਾਵੇਂ ਉਹ ਗੁਰਦਾਸਪੁਰ ਦਾ ਸੀ। ਅਲੱਗ-ਅਲੱਗ ਜਗ੍ਹਾ ਤੋਂ ਬੱਚੇ ਚਾਈਲਡ ਵੈਲਫੇਅਰ ਕਮੇਟੀ ਦੇ ਥਰੂ, ਸੋਸ਼ਲ ਸਿਕਿਉਰਿਟੀ ਆਫੀਸਰ ਦੇ ਥਰੂ, ਮੈਜਿਸਟ੍ਰੇਟ ਦੇ ਥਰੂ, ਜੁਡੀਸ਼ੀਅਲ ਮੈਜਿਸਟ੍ਰੇਟ ਦੇ ਥਰੂ, ਐਮਐਲਏ ਦੇ ਥਰੂ, ਐਸੇ ਨਾਗਰਿਕ ਪ੍ਰਭ ਆਸਰਾ ਸੰਸਥਾ ਦੇ ਵਿੱਚ ਪਿਛਲੇ ਲਗਭਗ 18 ਸਾਲਾਂ ਤੋਂ ਅੱਜ ਤੱਕ 2000 ਦੇ ਕਰੀਬ ਐਸੇ ਨਾਗਰਿਕ ਦਾਖਲ ਹੋਏ, ਜਿਨ੍ਹਾਂ ਨੂੰ ਸੰਭਾਲ ਦਾ, ਇਲਾਜ ਦਾ, ਪੁਨਰਵਾਸ ਦਾ ਮੌਕਾ ਨਹੀਂ ਸੀ ਮਿਲਦਾ, ਰੀਹੈਬਿਲਿਟੇਟ ਹੋਣ ਦਾ ਮੌਕਾ ਨਹੀਂ ਸੀ ਨਸੀਬ ਹੋ ਰਿਹਾ। ਐਸੇ ਨਾਗਰਿਕ ਜਿਹੜੇ ਪ੍ਰਭ ਆਸਰਾ ਸੰਸਥਾ ਜਿਨ੍ਹਾਂ ਦੀ ਸੰਭਾਲ, ਇਲਾਜ, ਸਮਾਜਦਰਦੀ ਸੱਜਣਾ ਦੇ ਸਹਿਯੋਗ ਦੇ ਨਾਲ ਲਗਾਤਾਰ ਉੱਥੇ ਡਾਕਟਰ ਸਾਹਿਬ ਹੋਣੀ, ਸਮੁੱਚੀ ਟੀਮ ਲਗਭਗ 25-26 ਡਾਕਟਰ ਜਿਹੜੇ ਹੈਗੇ ਆ ਇਹਨਾਂ ਦੀ ਸੇਵਾ ਦੇ ਵਿੱਚ, ਤੇ ਪੈਰਾਮੈਡੀਕਲ ਸਟਾਫ ਲਗਭਗ 30 ਲੱਖ ਦੇ ਕਰੀਬ, ਇਸ ਤੋਂ ਵੀ ਉੱਪਰ ਹੋਣਗੀਆਂ ਔਨ ਰਿਕਾਰਡ ਹੈਗਾ ਕਿ ਤਨਖਾਹਾਂ ਜਿਹੜੀਆਂ ਇਹਨਾਂ ਬੱਚਿਆਂ ਦੀ ਸੇਵਾ ਸੰਭਾਲ, ਇਹਨਾਂ ਦੀ ਹੈਲਥ ਨੂੰ ਇੰਪਰੂਵ ਕਰਨ ਦੇ ਲਈ ਲਗਾਤਾਰ ਯਤਨਸ਼ੀਲ ਹੈ ਸਮਾਜਦਰਦੀ ਲੋਕ। ਤੇ ਇਸ ਦੇ ਵਿੱਚ ਗਵਰਨਮੈਂਟ ਨੇ ਮੈਂਟਲ ਹੈਲਥ ਐਕਟ 1987 ਲਗਭਗ ਤੋਂ 35 ਸਾਲ ਪਹਿਲਾਂ ਇੱਕ ਐਕਟ ਬਣਾਇਆ ਹੈ ਕਿ ਫਿਜ਼ੀਕਲ ਹੈਲਥ ਦੀ ਤਰ੍ਹਾਂ ਮੈਂਟਲ ਹੈਲਥ ਜਿਹੜੀ ਹੈਗੀ ਹੈ ਉਹ ਵੀ ਬਹੁਤ ਇੰਪੋਰਟੈਂਟ ਹੈਗੀ। ਉਸ ਦੇ ਅੱਜ ਤੱਕ ਬਾਡੀ ਕਨਸਟੀਟਿਊਟ ਨਹੀਂ ਹੋਈ। ਅਸੀਂ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਡਾਇਰੈਕਟਰਾਂ ਕੋਲ ਜਾ ਕੇ ਕਿ ਸਾਨੂੰ ਮਤਲਬ ਇਹ ਦੱਸਿਆ ਜਾਵੇ ਕਿ ਇਸ ਐਕਟ ਨੂੰ ਇੰਪਲੀਮੈਂਟ ਕਰਨ ਦੇ ਲਈ ਕਿਹੜੀ ਬਾਡੀ ਹੈ, ਤਾਂ ਕਿ ਅੱਜ ਤੱਕ ਸਾਨੂੰ ਕੋਈ ਹੈਲਪਲਾਈਨ ਐਸੀ, ਕੋਈ ਡੈਜ਼ਿਗਨੇਟਿਡ ਹੈਲਪਲਾਈਨ, ਕੋਈ ਏਜੰਸੀ ਜਿਹੜੀ ਕਿ ਭਾਵੇਂ ਘਰ ਦੇ ਵਿੱਚ ਕੋਈ ਇਕੱਲਾ ਰਹਿ ਗਿਆ, ਉਹ ਮਾਨਸਿਕ ਰੋਗਾਂ ਤੋਂ ਪੀੜਤ ਹੈ, ਭਾਵੇਂ ਇੰਟੈਲੈਕਚੁਅਲ ਡਿਸੇਬਿਲਿਟੀ ਤੋਂ ਪੀੜਤ ਹੈ, ਭਾਵੇਂ ਇਕੱਲੀ ਉਹਦੀ ਮਾਂ ਵਿਧਵਾ ਜਿਹੜੀ ਬੈੱਡ ਤੇ ਪਈ ਹੈ ਤੇ 80 ਸਾਲ ਦੀ, ਤੇ ਉਹਦਾ ਬੱਚਾ 50 ਸਾਲ ਦਾ ਜਿਹੜਾ ਕਿ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ, ਵੀ ਕੋਈ ਐਸੀ ਏਜੰਸੀ ਜਿਹੜੀ ਤੁਰੰਤ ਉਸ ਦੀ ਰਿਸਪੌਂਸਿਬਿਲਿਟੀ ਲੈ ਸਕੇ। ਕੋਈ ਐਸੀ ਅੱਜ ਤੱਕ ਏਜੰਸੀ ਅਪਾਇੰਟ ਨਹੀਂ ਹੋਈ, ਡੈਜ਼ਿਗਨੇਟਿਡ ਟੀਮ ਅੱਜ ਤੱਕ ਅਪਾਇੰਟ ਨਹੀਂ ਕੀਤੀ ਗਈ। ਕੋਈ ਐਂਬੂਲੈਂਸ ਜਿਹੜੀ ਕਿ ਇਹਨਾਂ ਨੂੰ ਘਰ ਦੇ ਵਿੱਚੋਂ ਜਾਂ ਆਪਣੇ ਘਰ ਦੇ ਰਸਤੇ ਭੁੱਲ ਕੇ, ਪ੍ਰਭ ਆਸਰਾ ਸੰਸਥਾ ਦਾ ਬਹੁਤ ਲੰਮਾ ਚੌੜੀ ਹਿਸਟਰੀ ਹੈਗੀ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ 2000 ਦੇ ਲਗਭਗ ਐਸੇ ਨਾਗਰਿਕ ਜਿਨ੍ਹਾਂ ਦੇ ਵਿੱਚ ਮਤਲਬ ਆਈਐਸ ਆਫੀਸਰ ਤੋਂ ਲੈ ਕੇ, ਡਾਕਟਰ ਤੋਂ ਲੈ ਕੇ, ਪ੍ਰੋਫੈਸਰ ਤੋਂ ਲੈ ਕੇ, ਲੈਕਚਰਰ, ਕੀ ਅਲੱਗ-ਅਲੱਗ ਹਾਲਤਾਂ ਵਾਲੇ ਸਾਰੇ ਤਰ੍ਹਾਂ ਦੇ ਨਾਗਰਿਕ ਉੱਥੇ ਪਹੁੰਚਦੇ ਹੈ। ਤੇ ਉਹਨਾਂ ਦੇ ਲਈ ਨਾ ਤਾਂ ਸੜਕਾਂ ਤੋਂ ਚੱਕਣ ਦੇ ਲਈ ਤੇ ਨਾ ਕੋਠੀਆਂ ਦੇ ਵਿੱਚੋਂ ਦੇ ਲਈ ਅੱਜ ਤੱਕ ਕੋਈ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਵਾਸਤੇ ਐਂਬੂਲੈਂਸ ਜਿਹੜੀ ਕਿ ਐਜ਼ ਪਰ ਲਾ, ਐਜ਼ ਪਰ ਐਕਟ ਜਿਹੜਾ ਕਹਿੰਦਾ ਹੈ ਕਿ ਹਸਪੀਟਲ ਦੀ ਐਂਬੂਲੈਂਸ, ਸਟੇਟ ਦੀ ਐਂਬੂਲੈਂਸ, ਦੇਸ਼ ਦੀ ਐਂਬੂਲੈਂਸ ਜਿਹੜੀ ਹੈ ਉਹਨਾਂ ਨੂੰ ਚੱਕਣ ਤੋਂ ਇਨਕਾਰ ਨਹੀਂ ਕਰ ਸਕਦੀ। ਪਰ ਸਰਕਾਰ ਵੱਲੋਂ ਅੱਜ ਤੱਕ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਹੈਲਪਲਾਈਨ ਹੈਗੀ ਹੈ ਉਸ ਨੂੰ ਜ਼ਿੰਮੇਵਾਰ ਨਹੀਂ ਬਣਾਇਆ ਗਿਆ, ਜਾਂ ਕੋਈ ਏਜੰਸੀ ਅਪਾਇੰਟ ਨਹੀਂ ਕੀਤੀ ਗਈ ਜਿਹੜੀ ਕਿ ਉਹਨਾਂ ਦੀ ਜ਼ਿੰਮੇਵਾਰੀ ਲਵੇ, ਜਿਹੜੀ ਉਹਨਾਂ ਦਾ ਚਾਰਜ ਲਵੇ, ਜਿਹੜੀ ਉਸ ਚੀਜ਼ ਲਈ ਆਨਸਰੇਬਲ ਹੋਵੇ ਕਿ ਕਾਲ ਗਈ ਸੀ ਇਹਦੇ ਲਈ, ਜਿਨ੍ਹਾਂ ਨੂੰ ਕਿ ਆਇਡੈਂਟੀਫਾਈ ਕਰਨਾ ਹੁੰਦਾ ਸਰਕਾਰ ਨੇ, ਸਰਕਾਰ ਦੇ ਡਿਪਾਰਟਮੈਂਟ ਨੇ, ਪੁਲਿਸ ਨੇ ਆਇਡੈਂਟੀਫਾਈ ਕਰਨਾ ਹੁੰਦਾ ਕਿ ਉਹ ਆਪਣੇ ਲਈ ਸੇਫ ਨਹੀਂ ਹੈ, ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ, ਤੁਰੰਤ ਉਹਨੂੰ ਆਪਣੀ ਸੇਫਟੀ ਵਿੱਚ ਲੈਣਾ ਹੁੰਦਾ ਹੈ, ਹਸਪੀਟਲ ਸ਼ਿਫਟ ਕਰਨਾ ਹੁੰਦਾ। ਤੇ ਦੂਜੀ ਗੱਲ ਹੈ ਕਿ ਹਸਪੀਟਲ ਜਿਹੜਾ ਇਸ ਨੂੰ ਲੈਣ ਤੋਂ ਡਿਨਾਈ ਨਹੀਂ ਕਰ ਸਕਦਾ, ਤੇ ਇਸ ਗੱਲ ਨੂੰ ਵੀ ਹਸਪੀਟਲ ਦੇ ਵਿੱਚ ਕੋਈ ਐਸੀ ਟੀਮ ਜਿਹੜੀ ਹੈਗੀ ਸਾਡੀ ਨੌਲੇਜ ਅੱਜ ਤੱਕ ਨਹੀਂ, ਕਿਉਂਕਿ ਅਸੀਂ ਰੋਜ਼ ਇਹ ਧੱਕੇ ਖਾਂਦੇ ਆ। ਮੇਰੇ ਨਾਲ ਹੋਰ ਦਿੱਲੀ ਤੋਂ ਵੀ ਵੀਰ ਇੱਥੇ ਇਸ ਵੇਲੇ ਹੈਗੇ, ਮੈਨੂੰ ਇਹਨਾਂ ਦਾ ਫੋਨ ਆਇਆ ਸੀ, ਕਹਿੰਦੇ ਤੁਸੀਂ ਕਹਿੰਦੇ ਸੀ ਕਿ ਨਾਗਰਿਕ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ 10 ਸਾਲ ਦੀ ਬੱਚੀ ਪੀੜਤ ਜਦੋਂ ਰੇਪ ਤੋਂ ਸਾਡੇ ਕੋਲ ਆ ਕੇ ਬੱਚੇ ਨੂੰ ਜਨਮ ਦਿੰਦੀ ਹੈ, 5-5 ਦਿਨ ਹੋਸ਼ 'ਚ ਨਹੀਂ ਆਉਂਦੀ, 13 ਸਾਲ ਦੀ ਬੱਚੀ, 70 ਸਾਲ ਦੀ ਔਰਤ, 80 ਸਾਲ ਦੀ ਔਰਤ, ਥੋੜੀ ਦੇਰ ਬਾਅਦ ਉਹਦੇ ਵਾਰਸ ਮਿਲ ਜਾਂਦੇ ਆ। ਪਰ ਰੇਪ ਤੋਂ ਪੀੜਤ 1 ਮਹੀਨੇ 'ਚ 6-6 ਔਰਤਾਂ ਜਦੋਂ ਪ੍ਰਭ ਆਸਰਾ 'ਚ ਪਹੁੰਚਦੀਆਂ ਤੇ ਉਸ ਵੇਲੇ ਸਾਡੇ ਲੋਕਤੰਤਰ ਦੇ ਉੱਤੇ ਬਹੁਤ ਵੱਡੇ ਸਵਾਲ ਲੱਗਦੇ ਆ, ਸਾਡੇ ਇਨਸਾਨ ਹੋਣ ਤੇ ਬਹੁਤ ਵੱਡੇ ਸਵਾਲ ਲੱਗਦੇ ਆ। ਇਹ ਬੇਵਸ ਤੇ ਲਾਚਾਰ ਲੋਕ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਕੋਈ ਵੱਖਰੀ ਸਰਕਾਰ ਹੈ, ਕੀ ਬਜਟ ਦੇ ਵਿੱਚ ਇਹ ਹਿੱਸੇਦਾਰ ਨਹੀਂ, ਵੀ ਇਹਨਾਂ ਲਈ ਕਿਉਂ ਨਹੀਂ ਇੰਤਜ਼ਾਮ ਕੀਤਾ ਜਾ ਰਿਹਾ। ਕਰੋਨਾ ਕਾਲ ਦੌਰਾਨ ਇੰਨੀਆਂ ਸਮੱਸਿਆਵਾਂ ਆਈਆਂ, ਇੱਕ ਵੀ ਵਾਰਡ ਜਿਹੜੀ ਸੀ ਡਿਪਰੈਸ਼ਨ ਤੋਂ ਪੀੜਤ ਨਾਗਰਿਕ ਦੇ ਲਈ ਅਸੀਂ ਬੜੀ ਕੋਸ਼ਿਸ਼ ਕੀਤੀ ਹੈ, ਇੰਟੈਲੈਕਚੁਅਲ ਡਿਸੇਬਿਲਿਟੀ ਉਸ ਤੋਂ ਪੀੜਤ ਨਾਗਰਿਕ ਦੇ ਲਈ ਇੱਕ ਵੀ ਕੋਈ ਐਸੀ ਵਾਰਡ ਨਹੀਂ ਬਣੀ ਜਿਹਦੇ ਵਿੱਚ ਕੋਈ ਵੀ ਪੀੜਤ ਨਾਗਰਿਕ ਜਿਹੜਾ ਹੈਗਾ ਉਸ ਨੂੰ ਠੀਕ ਹੋਣ ਦਾ ਅਵਸਰ ਮਿਲ ਸਕੇ। ਇਕੁਐਲਿਟੀ ਦੇ ਆਧਾਰ ਤੇ ਇਹਨਾਂ ਨੂੰ ਜਸਟਿਸ ਨਹੀਂ ਮਿਲ ਰਿਹਾ, ਤੇ ਜਿਸ ਕਰਕੇ ਇਹ ਲੋਕ ਜਾਂ ਸੀਰੀਅਸ ਹੁੰਦੇ ਆ, ਮੌਤ ਦੇ ਮੂੰਹ 'ਚ ਪੈਂਦੇ ਆ, ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਆ। ਤੇ ਇਹਦੇ ਵਿੱਚ ਮਤਲਬ ਸਾਡੇ ਕੋਲ ਇਹ ਵੀ ਵੱਡਾ ਇੱਕ ਐਕਸਪੀਰੀਅੰਸ ਹੈਗਾ ਕਿ ਜੇ 2000 ਦੇ ਕਰੀਬ ਲੋਕ ਦਾਖਲ ਹੋਏ ਆ ਤੇ ਉਹ ਥੋੜੀ ਜਿਹੀ ਹੈਲਪ ਦੇ ਨਾਲ ਬੜੀ ਜਲਦੀ ਇੰਪਰੂਵ ਹੁੰਦੇ ਆ। 1300 ਤੋਂ ਉੱਪਰ ਨਾਗਰਿਕ ਇੰਪਰੂਵ ਹੋਏ ਆ।
ਕਾਫੀ ਨਾਗਰਿਕ ਹੈ ਜਿਹੜੇ ਇੰਡੀਪੈਂਡੈਂਟ ਲਾਈਫ ਜੀਣ ਦੇ ਕੈਪੇਬਲ ਬਣ ਗਏ, ਦੁਬਾਰੇ ਫਿਰ ਉਹ ਇੱਕ ਸਮਾਜ ਦੀ ਨਾਲ ਇੱਕ ਪਰਿਵਾਰ ਦਾ ਹਿੱਸਾ ਬਣ ਕੇ ਆਦਰ ਸਤਿਕਾਰ ਨਾਲ ਜ਼ਿੰਦਗੀ ਜੀਣ ਦੇ ਕੈਪੇਬਲ, ਕਿਉਂਕਿ ਉਹਨਾਂ ਨੂੰ ਟਾਈਮਲੀ ਸੰਭਾਲ ਲਿਆ ਗਿਆ, ਉਹਨੂੰ ਠੀਕ ਹੋਣ ਦਾ ਮੌਕਾ ਮਿਲਿਆ। ਪਰ ਇਹਨਾਂ ਲੋਕਾਂ ਦੇ ਲਈ ਕਰੋਨਾ ਦੇ ਵਿੱਚ ਕੋਈ ਐਸੀ ਅਰੇਂਜਮੈਂਟ ਨਾ ਹੋਣ ਕਰਕੇ ਸਾਨੂੰ ਉਸ ਵੇਲੇ ਫਿਰ ਹਾਲਾਤ ਐਸੇ ਬਣ ਗਏ। ਡਾਕਟਰ ਸਾਹਿਬ ਨੇ ਬੜੀ ਹਿੰਮਤ ਕੀਤੀ ਵੀ ਸਾਨੂੰ ਵਿੱਚ ਰੱਖਣਾ ਮੁਸ਼ਕਲ ਹੋ ਗਿਆ। ਉਧਰੋਂ ਗਰੀਬ ਜਨਤਾ ਵੀ ਆ ਰਹੀ ਹੈ, ਉਧਰੋਂ ਜਿਹੜੇ ਲੋਕ ਆ ਰਹੇ ਹੈ ਜਿਹੜੇ ਕਿ ਮਤਲਬ ਜਿਨ੍ਹਾਂ ਦਾ ਕੋਈ ਪ੍ਰੋਟੋਕਾਲ ਨਹੀਂ ਫੋਲੋ ਕੀਤਾ ਜਾ ਰਿਹਾ, ਜੋ ਐਕਟ ਦੇ ਵਿੱਚ ਹੁੰਦਾ ਹੈ ਕਿ ਉਹਨਾਂ ਦੇ ਮੈਡੀਕਲ ਟੈਸਟ ਪ੍ਰੋਪਰ ਹੋਣੇ ਚਾਹੀਦੇ ਹੈ, ਕਿ ਉਹਨਾਂ ਦੇ ਇੱਕ ਮਤਲਬ ਕਰੋਨਾ ਦਾ ਟੈਸਟ, ਉਹਨਾਂ ਦੇ ਕੰਟੇਜੀਅਸ ਡਿਜ਼ੀਜ਼ ਦੇ ਟੈਸਟ, ਜੋ ਪ੍ਰੋਟੋਕਾਲ ਫੋਲੋ ਹੋਣਾ ਚਾਹੀਦਾ ਵੀ ਉੱਥੇ ਬੈੱਡ ਦੀ ਕਪੈਸਿਟੀ, ਉਹਦੀ ਸੇਫਟੀ ਜਾਂ ਦੂਜਿਆਂ ਦੀ ਸੇਫਟੀ, ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖੇ ਬਿਨਾਂ ਸ਼ਰੇਆਮ ਹੀ ਸਾਡੇ ਕੋਲ ਬਹੁਤ ਸਾਰੀਆਂ ਇੱਥੇ ਫਾਈਲ ਦੇ ਵਿੱਚ ਐਪਲੀਕੇਸ਼ਨਾਂ ਲੱਗੀਆਂ। ਉਹਨਾਂ ਵਿੱਚ ਭਾਵੇਂ ਉਹ MLA, ਭਾਵੇਂ ਉਹ ਸਮਾਜਿਕ ਆਫਿਸਰ ਹੈ, ਤੇ ਭਾਵੇਂ ਕੋਈ ਉਹ ਸਟੇਟ ਦੀ ਏਜੰਸੀ ਹੈ, ਤੇ ਭਾਵੇਂ ਮਤਲਬ ਅਲੱਗ-ਅਲੱਗ ਅਦਾਰੇ ਹੈਗੇ, ਚਾਈਲਡ ਵੈਲਫੇਅਰ ਕਮੇਟੀ ਹੈ, ਮਤਲਬ ਸਾਡੀ ਸਟੇਟ ਦੇ ਵਿੱਚ CCI ਜਿੰਨੇ ਵੀ ਚਾਈਲਡ ਕੇਅਰ ਇੰਸਟੀਚਿਊਟ ਬਣੇ ਹੋਏ ਹੈ, ਉਹਦੇ ਵਿੱਚ ਮੈਂ ਇੱਕ ਵਾਰ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ। ਮੈਂ ਕਿਹਾ ਜਿਹੜੇ ਸਾਨੂੰ ਇਸ ਵੇਲੇ ਇਨਫੋਰਮੇਸ਼ਨ ਮਿਲੀ ਹੈ ਵੀ ਸੜਕ ਦੇ ਉੱਤੇ ਔਰਤ ਵੀ ਬੈਠੀ ਹੈ ਤੇ ਉਹਦੇ ਕੋਲ ਛੋਟਾ ਜਿਹਾ ਬੱਚਾ ਹੈ, ਤੇ ਪਬਲਿਕ ਨੂੰ ਬੜਾ ਦਰਦ ਹੈ। ਮੇਰੇ ਕੋਲ ਵੀਰ ਖੜੇ ਹੈ ਇੱਥੇ ਵਜੀਦਪੁਰ ਹੁਣੀ, ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਤੇ ਉਸ ਦੇ ਲਈ ਫੋਨ ਕੀਤੇ, ਸੰਬੰਧਿਤ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਨੂੰ, ਹੈਲਪਲਾਈਨਾਂ ਦੇ ਉੱਤੇ ਫੋਨ ਕੀਤੇ। ਜਦੋਂ ਉਹਨਾਂ ਨੇ ਫੋਨ ਕੀਤਾ ਚਾਈਲਡ ਵੈਲਫੇਅਰ ਕਮੇਟੀ ਨੂੰ, ਕਹਿੰਦੇ ਇਹਨਾਂ ਦੇ ਨਾਲ ਇਹਨਾਂ ਦੀ ਮਦਰ ਹੈਗੀ ਹੈ, ਇਸ ਕਰਕੇ ਇਹ ਚਾਈਲਡ ਕੇਅਰ ਇੰਸਟੀਚਿਊਟ ਦੇ ਵਿੱਚ ਨਹੀਂ ਜਾ ਸਕਦੇ। ਇਹਨਾਂ ਨੇ ਫੋਨ ਕੀਤਾ ਫਿਰ ਉਸ ਵੇਲੇ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਨੂੰ, ਉਹ ਕਹਿੰਦੇ ਇਹਨਾਂ ਦੇ ਨਾਲ ਬੱਚਾ ਹੈ, ਇਸ ਕਰਕੇ ਇਹ ਫਿਰ ਜਿਹੜੇ ਕਿਸੇ ਵੀ ਕਮਿਊਨਿਟੀ ਹੋਮ ਦੇ ਵਿੱਚ ਨਹੀਂ ਜਾ ਸਕਦੇ, ਨਾਰੀ ਨਿਕੇਤਨ ਦੇ ਵਿੱਚ ਨਹੀਂ ਜਾ ਸਕਦੇ। ਫਿਰ ਮੈਂ ਵੀ ਜਾ ਕੇ ਪੁੱਛਿਆ, ਫੋਨ ਕੀਤੇ ਵੀ ਸਾਨੂੰ ਇਹ ਦੱਸੋ, ਜਿਹੜੀ ਮਾਂ ਡਿਪਰੈਸ਼ਨ ਚਲੀ ਗਈ, ਛੋਟਾ ਜਿਹਾ ਬੱਚਾ, ਉਹਦੇ ਕੋਲ ਕੁਝ ਦਿਨਾਂ ਦਾ ਬੱਚਾ ਹੈ, ਕਈਆਂ ਦੇ ਕੋਲ 3-3 ਦਿਨ ਦੇ ਬੱਚੇ ਸੀ, ਕਈਆਂ ਦੇ ਪੇਟ ਦੇ ਵਿੱਚ ਬੱਚੇ ਸੀ, ਵੀ ਇਹ ਕਿੱਥੇ ਜਾਣਗੇ? ਇਹ ਚਾਈਲਡ ਕੇਅਰ ਜਾਣਗੇ, ਇਹ ਮੈਂਟਲ ਹੈਲਥ ਐਸਟੈਬਲਿਸ਼ਮੈਂਟ ਦੇ ਵਿੱਚ ਜਾਣਗੇ, ਇਹ ਕਮਿਊਨਿਟੀ ਹੋਮ ਦੇ ਵਿੱਚ ਜਾਣਗੇ? ਕਹਿੰਦੇ ਜੀ ਸਾਨੂੰ ਨਹੀਂ ਪਤਾ, ਸਾਡੇ ਕੋਲ ਕੋਈ ਅਰੇਂਜਮੈਂਟ ਨਹੀਂ, ਲਿਖ ਕੇ ਦੇ ਦਿੱਤਾ। ਲਿਖ ਕੇ ਐਪਲੀਕੇਸ਼ਨਾਂ ਸਾਡੀ ਮਜਬੂਰੀ ਕਾਰਨ ਸਾਨੂੰ ਇੱਕ ਹਸਪੀਟਲ ਸ਼ੁਰੂ ਕਰਨਾ ਪਿਆ, ਜਿਸ ਦੇ ਵਿੱਚ ਭਾਵੇਂ ਸਾਡੇ ਆਰਥਿਕ ਹਾਲਾਤ ਇਜਾਜ਼ਤ ਨਹੀਂ ਸੀ ਦਿੰਦੇ, ਪਰ ਨਾਗਰਿਕ ਨੂੰ ਬਚਾਉਣ ਦੇ ਲਈ, ਇਹਨਾਂ ਦੀਆਂ ਜਾਨਾਂ ਨੂੰ ਬਚਾਉਣ ਦੇ ਲਈ, ਜਿਹਦੇ ਵਿੱਚ ਇੰਟੈਲੈਕਚੁਅਲ ਡਿਸੇਬਿਲਿਟੀ ਤੇ ਮੈਂਟਲ ਇਲਨੈਸ ਤੇ ਬਹੁਤ ਸਾਰੇ ਲੋਕ ਜਿਹੜੇ ਆਲਰੇਡੀ ਪ੍ਰਭ ਆਸਰਾ ਸੰਸਥਾ ਦੇ ਵਿੱਚ ਆਲਰੇਡੀ ਰਹਿ ਰਹੇ ਸੀ, ਫਿਰ ਉਹਦੇ ਵਿੱਚ ਸਾਡਾ ਕਾਫੀ ਖਰਚ ਹੋਇਆ। ਤੇ ਉਸ ਦੌਰਾਨ ਜਿਹੜਾ FCRA ਅਕਾਊਂਟ ਹੈ ਉਸ ਦੇ ਵਿੱਚ ਵੱਡੀਆਂ ਰੁਕਾਵਟਾਂ ਪਈਆਂ, ਸੰਗਤ ਦਾ ਆਉਣਾ ਜਾਣਾ ਘਟਿਆ, ਜਿਸ ਦੇ ਵਿੱਚ ਫੰਡਾਂ ਦੀ ਪ੍ਰੋਬਲਮ ਜਿਹੜੀ ਹੈ ਉਹ ਵੀ ਵਧੀ ਤੇ ਲੋੜਾਂ ਸਮਾਜ ਦੀਆਂ ਕਾਫੀ ਵਧੀਆਂ। ਸਰਕਾਰ ਵੱਲੋਂ ਕਈ ਜਗ੍ਹਾ ਤੇ ਫਿਰ ਰਾਸ਼ਨ ਦੇ ਸੰਬੰਧ ਵਿੱਚ, ਮੈਡੀਸਨ ਦੇ ਸੰਬੰਧ ਵਿੱਚ ਸਹਿਯੋਗ ਮੰਗਿਆ ਗਿਆ ਸੀ। ਖੁੱਲ੍ਹ ਕੇ ਐਂਬੂਲੈਂਸਾਂ ਤੋਂ ਲੈ ਕੇ ਹਰ ਚੀਜ਼ ਦਾ ਸਹਿਯੋਗ ਦੇਣ ਦੀ, ਸੰਗਤ ਦੇ ਕੋਲੋਂ ਹੈਲਪ ਲੈ ਕੇ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ। ਬਿੱਲ ਸਾਨੂੰ ਬੜੇ ਨਜਾਇਜ਼ ਆਏ, ਉਹਨਾਂ ਦਿਨਾਂ ਦੇ ਵਿੱਚ ਕਲੈਰੀਫਿਕੇਸ਼ਨ ਮੰਗੀ, ਨਹੀਂ ਉਹ ਬਿੱਲ ਇਕੱਠੇ ਹੋ ਗਏ ਤੇ ਹਾਲਾਤ ਐਸੇ ਬਣ ਗਏ, ਇਲਾਜ ਲਈ ਸਾਨੂੰ ਨਿਊਰੋ ਸਰਜਨ ਜਾਂ ਦੂਜੇ ਹੋਰ ਸਾਈਕੈਟਰਿਸਟ ਦਾ ਜ਼ਿਆਦਾ ਪ੍ਰਬੰਧ ਕਰਨਾ ਪੈ ਗਿਆ। ਬਿੱਲ ਜਿਹੜੇ ਜਦੋਂ ਨਵੀਂ ਸਰਕਾਰ ਆਈ ਹੈ, ਗਰੀਬਾਂ ਦੇ ਬਿੱਲ ਮਾਫ ਕੀਤੇ। ਕੇਜਰੀਵਾਲ ਸਾਹਿਬ ਨੇ ਜਿਸ ਵੇਲੇ ਬਿੱਲ ਗਰੀਬਾਂ ਦੇ ਜੋੜੇ, ਸਾਨੂੰ ਬੜਾ ਹੌਸਲਾ ਹੋਇਆ ਵੀ ਇਹਨਾਂ ਗਰੀਬਾਂ ਦੇ ਜਿਹੜੇ ਬਿੱਲ ਹੈਗੇ ਆ, ਹੁਣ ਇਸ ਵੇਲੇ ਹੋ ਸਕਦਾ ਇਹਨਾਂ ਤੇ ਵਿਚਾਰ ਹੋਊਗੀ। ਇਹਨਾਂ ਨੂੰ ਇਕੁਐਲਿਟੀ ਦੇ ਆਧਾਰ ਤੇ ਜਿਹੜਾ ਟਰੀਟ ਕਰਨ ਦੀ ਬਜਾਏ, ਇਹਨਾਂ ਦੇ ਕਨੈਕਸ਼ਨ ਜਿਹੜੇ ਸੀ, ਪਹਿਲੀ ਗੱਲ ਤਾਂ ਬਿੱਲ ਜਿਹੜੇ ਸੀ ਉਹ ਕਰੈਕਟ ਨਹੀਂ ਸੀ, ਉਹ ਦਰੁਸਤ ਨਹੀਂ ਸੀ, ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ, ਤੇ ਬਲਕਿ ਇਹਨਾਂ ਦੇ ਦੋਨਾਂ ਬ੍ਰਾਂਚਾਂ ਦੇ ਕਨੈਕਸ਼ਨ ਕਰ ਦਿੱਤੇ ਗਏ, ਜਿੱਥੇ ਲਗਭਗ 400 ਤੋਂ ਵੀ ਉੱਪਰ ਨਾਗਰਿਕ ਇਸ ਵੇਲੇ ਰਹਿ ਰਹੇ ਹਨ, ਜਿਨ੍ਹਾਂ ਦੀ ਹਾਲਤ ਐਸੀ ਹੈ ਜੇ ਇਹਨਾਂ ਦਾ ਬਿਜਲੀ ਪਾਣੀ ਬੰਦ ਹੋ ਜਾਵੇ ਤਾਂ ਫਿਰ ਇਹ ਕਿਸ ਤਰੀਕੇ ਨਾਲ ਸਰਵਾਈਵ ਕਰ ਸਕਦੇ ਹੈ? ਇਹ ਸਵਾਲ ਜਿਹੜਾ ਹੈਗਾ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਨਹੀਂ ਉਪਜਿਆ। ਤੇ ਅਸੀਂ ਹੁਣ ਬਾਰ-ਬਾਰ ਇਹੀ ਬੇਨਤੀ ਕਰਦੇ ਹਾਂ, ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਸੰਵਿਧਾਨ ਦੀ ਰਿਸਪੈਕਟ ਕਰਦੇ ਹਾਂ, ਪਰ ਜੇਕਰ ਸਾਨੂੰ ਇਹਨਾਂ ਦੀ ਜਾਨ ਬਚਾਉਣ ਦੇ ਲਈ, ਕਿਉਂਕਿ ਸਾਡੇ ਕੋਲ ਰੈਗੂਲਰ ਬੰਦੇ ਆ ਰਹੇ ਹੈ, ਰੈਗੂਲਰ ਬੱਚੇ ਆ ਰਹੇ ਹੈ, ਅਸੀਂ ਜਦੋਂ ਕੱਲ ਸ਼ਾਮ ਨੂੰ ਵੀ ਦਾਖਲ ਕੀਤਾ, ਪਰਸੋਂ ਵੀ ਦਾਖਲ ਕੀਤੇ, ਮੌਜੂਦਾ ਸਰਕਾਰ ਵੱਲੋਂ ਵੀ ਸਾਡੇ ਕੋਲ ਭੇਜੇ ਜਾ ਰਹੇ ਹਨ ਕਿ ਸਾਡੇ ਕੋਲ ਕੋਈ ਇੰਤਜ਼ਾਮ ਨਹੀਂ ਹੈ, ਪਰ ਜਦੋਂ ਉਹਨਾਂ ਨੂੰ ਬਿਜਲੀ ਤੇ ਜਦੋਂ ਉਹਨਾਂ ਨੂੰ ਪੱਖਾ ਤੇ ਜਦੋਂ ਪਾਣੀ ਦੇਣਾ ਉਹਦੇ ਲਈ ਬਿਜਲੀ, ਕਹਿੰਦੇ ਉਹਦੇ ਪਹਿਲਾਂ ਤੁਸੀਂ ਪੈਸੇ ਭਰਾਓ। ਮੈਂ ਕਿਹਾ ਸਾਨੂੰ ਉਸ ਚੀਜ਼ ਦਾ ਤੁਸੀਂ ਮੌਕਾ ਦਿਓ, ਬਿਨਾਂ ਸ਼ਰਤ ਨਾਲ ਬਿਜਲੀ ਚੱਲਦੀ ਕਰੋ। ਉਹਨਾਂ ਨੇ ਇਸ ਚੀਜ਼ ਦੀ ਬਿਲਕੁਲ ਵੀ ਸੁਣਵਾਈ ਨਹੀਂ ਕੀਤੀ। ਇਹਨਾਂ ਨੂੰ ਉਹਨਾਂ ਗਰੀਬਾਂ ਦੀ ਕੈਟਾਗਰੀ ਜਿਹ 'ਚ ਕਹਿੰਦੇ ਵੀ 300 ਯੂਨਿਟ ਮਾਫ ਕੀਤੀ ਜਾਂਦੀ ਹੈ, ਗਰੀਬਾਂ ਦੇ ਲਈ ਕਰੀ ਜਾਵੇਗੀ, ਜਾਂ ਗਰੀਬਾਂ ਦੇ ਕਨੈਕਸ਼ਨ ਜੋੜ ਦਿੱਤੇ ਗਏ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ, ਉਹਨਾਂ ਦੇ ਉੱਤੇ ਐਸੀ ਸ਼ਰਤ ਕਿਹੜੀ ਲਗਾ ਦਿੱਤੀ, ਜਾਂ ਉਹਨਾਂ ਨੂੰ ਇਹ ਕਿਹੜੀ ਕੈਟਾਗਰੀ 'ਚ ਪਾਇਆ ਜਾ ਰਿਹਾ, ਇਸ ਗੱਲ ਦਾ ਵੀ ਸਾਨੂੰ ਅਜੇ ਜਵਾਬ ਨਹੀਂ ਮਿਲਦਾ। ਜੇਕਰ ਕੋਈ ਵੀ ਨੁਕਸਾਨ ਹੁਣ ਹੋ ਜਾਂਦਾ ਇਹਨਾਂ ਬੱਚਿਆਂ ਦਾ, ਉਹਦੇ ਲਈ ਕੌਣ ਜ਼ਿੰਮੇਵਾਰ ਹੋਏਗਾ? ਜਨਰੇਟਰ ਦਿਨ ਰਾਤ ਚੱਲ ਰਹੇ ਹੈ, ਜਨਰੇਟਰ ਕਿਸੇ
ਫੇਲ ਹੋ ਜਾਂਦੇ ਆ ਤੇ ਰਾਤ ਨੂੰ ਸਾਨੂੰ ਜਨਰੇਟਰ ਕੁਝ ਦੇਰ ਲਈ ਬੰਦ ਕਰਨੇ ਪੈਂਦੇ ਆ, ਗਰਮ ਹੋ ਜਾਂਦੇ ਆ। ਉਸ ਦੌਰਾਨ ਆਕਸੀਜਨ ਦੀ ਲੋੜ ਪੈਂਦੀ ਹੈ। ਇਹਨਾਂ ਬੱਚਿਆਂ ਨੂੰ ਦੌਰੇ ਪੈਂਦੇ ਆ। ਬਜ਼ੁਰਗਾਂ ਦੀ ਐਸੀ ਹਾਲਤ ਹੈ, ਡਾਕਟਰ ਸਾਹਿਬ ਜ਼ਿਆਦਾ ਅੱਛੀ ਤਰ੍ਹਾਂ ਐਕਸਪਲੇਨ ਕਰ ਸਕਦੇ ਆ। ਜੇ ਕੋਈ ਵੀ ਘਟਨਾ ਜਨਮ ਲਏਗੀ ਤਾਂ ਉਹਦੇ ਲਈ ਕੌਣ ਜ਼ਿੰਮੇਵਾਰ ਹੋਏਗਾ? ਇਹ ਦੇਸ਼ ਦੇ ਨਾਗਰਿਕ ਹੈ। ਪ੍ਰਭ ਆਸਰਾ ਜਿਹੜਾ ਹੈਗਾ ਸੰਗਤ ਦੇ ਸਹਿਯੋਗ ਦੇ ਨਾਲ ਇਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਹੈ। ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਜ਼ਿੰਮੇਵਾਰੀ ਹੈ। ਇਹ ਪ੍ਰਭ ਆਸਰਾ ਦੀ ਜ਼ਿੰਮੇਵਾਰੀ ਨਹੀਂ ਹੈ। ਸਾਡੇ ਨੈਤਿਕ ਫਰਜ਼ ਬਣਦੇ ਆ। ਉਹਨਾਂ ਦੇ ਆਧਾਰ ਤੇ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਠੀਕ ਹੋਣ ਦਾ ਵੀ, ਇਹਨਾਂ ਦੇ ਸਿਰ ਤੇ ਛੱਤ ਨਹੀਂ ਹੈ, ਇਹਨਾਂ ਨੂੰ ਕੋਈ ਸਹਾਰਾ ਨਹੀਂ ਹੈ, ਤੇ ਇਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਹੁਣ ਬਿਜਲੀ ਪਾਣੀ ਬੰਦ ਕਰਕੇ ਇਹਨਾਂ ਦਾ ਸਾਨੂੰ ਨਹੀਂ ਪਤਾ ਵੀ ਇਹ ਸਰਕਾਰ ਜਿਹੜੀ ਹੈ ਕਿਹੜੇ ਸੰਵਿਧਾਨ ਦੀ ਪਾਲਣਾ ਕੀਤੀ ਹੈ ਤੇ ਇਹਨਾਂ ਦੀਆਂ ਜਾਨਾਂ ਨੂੰ ਖਤਰੇ 'ਚ ਪਾਇਆ। ਤੇ ਜੇ ਕੋਈ ਘਟਨਾ ਘਟੂਗੀ ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਸਾਨੂੰ ਇਸ ਚੀਜ਼ ਦਾ ਵੀ ਇਸ ਵੇਲੇ ਜਵਾਬ ਚਾਹੀਦਾ ਹੈ। ਤੇ ਇਹਨਾਂ ਨੂੰ ਸੰਭਾਲਣ ਦੇ ਲਈ ਜਿਹੜੇ ਨਵੇਂ ਦਾਖਲ ਹੋ ਰਹੇ ਆ ਉਹਨਾਂ ਲਈ ਜਿਹੜਾ ਇਨਫਰਾਸਟ੍ਰਕਚਰ ਕ੍ਰੀਏਟ ਕਰ ਰਹੇ ਆ ਉਹਦੇ ਉੱਤੇ ਕਮਰਸ਼ੀਅਲ ਅਦਾਰਿਆਂ ਵਾਲੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹੈ। ਇਹਨਾਂ ਨੂੰ ਕਮਰਸ਼ੀਅਲ ਅਦਾਰਿਆਂ ਵਾਲੀ ਕੈਟਾਗਰੀ 'ਚ ਪਾ ਦਿੱਤਾ। ਤੁਸੀਂ ਕਹਿ ਰਹੇ ਹੋ ਸਾਤੋਂ ਸੰਭਾਲ ਨਹੀਂ ਹੁੰਦੇ, ਪ੍ਰਭ ਆਸਰਾ ਸੰਭਾਲੇ, ਤੇ ਨਾਲ ਕੈਟਾਗਰੀ ਜਿਹੜੀ ਕਮਰਸ਼ੀਅਲ ਪਾਈ ਜਾ ਰਹੀ ਹੈ ਉਹਦੇ ਵਿੱਚ ਪਾਇਆ ਜਾ ਰਿਹਾ ਹੈ। ਇਹ ਇਹਨਾਂ ਨਾਲ ਇੰਨੀ ਬੇਇਨਸਾਫੀ, ਇਹਨਾਂ ਨੂੰ ਇਕੁਐਲਿਟੀ ਦੇ ਜਸਟਿਸ ਦੀ ਅਸੀਂ ਮੰਗ ਕਰਨਾ ਹੈ। ਇਹਨਾਂ ਦੀ ਹਾਲਤ ਦਾ ਅਸੀਂ ਅੱਜ ਸਰਕਾਰ ਨੂੰ ਅਸੀਂ ਇਹਨਾਂ ਸਾਰੇ ਨਾਗਰਿਕਾਂ ਦੀ ਜਿਹੜੀ ਹਾਲਤ ਹੈ ਉਹਦੇ ਵੱਲੋਂ ਪੁਕਾਰ ਕਰਦੇ ਹਾਂ। ਬਣ ਚੁੱਕੀ ਇਹਨਾਂ ਦੀ ਹਾਲਤ ਦਾ ਇਜ਼ਹਾਰ ਕਰਦੇ ਹਾਂ। ਇਹ ਵੀ ਸਾਡੇ ਪੰਜਾਬ ਦੇ ਨਾਗਰਿਕ ਹੈ, ਸਾਡੇ ਦੇਸ਼ ਦੇ ਨਾਗਰਿਕਾਂ। ਇਹਨਾਂ ਦੇ ਉੱਤੇ ਵੀ ਤਰਸ ਕਰੋ ਨਹੀਂ, ਆਪਣੇ ਫਰਜ਼ ਸਮਝੋ ਤੇ ਇਹਨਾਂ ਦੇ ਪ੍ਰਤੀ ਵੀ, ਕਿਉਂਕਿ ਇਹਨਾਂ ਦਾ ਵੀ ਬਜਟ ਦੇ ਵਿੱਚ ਉਨਾ ਹੀ ਹਿੱਸਾ ਹੈ। ਇਹਨਾਂ ਦਾ ਕੋਈ ਵੱਖਰਾ ਕਿੱਸਾ ਨਹੀਂ ਹੈਗਾ। ਇਹਨਾਂ ਦੇ ਸੰਬੰਧ ਵਿੱਚ ਡਾਕਟਰ ਸਾਹਿਬ ਕੁਝ ਹੋਰ ਵੀ ਦੱਸਦੇ ਆ ਜਿਹੜੀ ਇਹਨਾਂ ਦੇ ਫੇਸ ਕਰ ਰਹੇ ਆ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਮਾਈਕ ਥੋੜੇ ਤੇ ਭਾਈ ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਜੋ ਸੰਸਥਾ ਚੱਲ ਰਹੀ ਹੈ ਉਹਦੇ ਬਾਰੇ ਤਾਂ ਸਾਰਾ ਡਿਟੇਲਸ ਤੁਹਾਨੂੰ ਦੱਸਿਆ। ਸਭ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਪੰਜਾਬ ਸਰਕਾਰ ਨੇ ਇਹ ਜਿਹੜਾ ਕਨੈਕਸ਼ਨ ਬਿਜਲੀ ਦਾ ਕੱਟਿਆ, ਜਦੋਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਲਾਈਫ ਦਾ ਕੋਈ ਵੀ ਐਸਾ ਹਿੱਸਾ ਨਹੀਂ ਹੈ ਜਿਹੜਾ, ਚਾਹੇ ਉਹ ਖਾਣ ਪੀਣ ਹੋਵੇ, ਚਾਹੇ ਉਹ ਪਾਉਣ ਦੀ ਗੱਲ ਹੋਵੇ, ਚਾਹੇ ਉਹ ਪਾਣੀ ਦੀ ਗੱਲ ਹੋਵੇ, ਉਸ ਤੋਂ ਬਗੈਰ ਨਹੀਂ ਚੱਲ ਸਕਦਾ। ਫਿਰ ਤੁਸੀਂ ਦੇਖੋ ਕਿ ਪੰਜਾਬ ਗੌਰਮੈਂਟ ਜਾਂ ਤਾਂ ਇਸ ਗੱਲ ਦਾ ਪਹਿਲਾਂ ਜਵਾਬ ਦੇ ਦੇਵੇ ਵੀ ਕਿਹੜੀ ਹੋਰ ਸੰਸਥਾ ਹੈਗੀ ਹੈ, ਕਿਉਂਕਿ ਇਹਨਾਂ ਦੀ ਆਪਣਾ ਰਿਕਾਰਡ ਇਹ ਗੱਲ ਕਹਿ ਰਿਹਾ ਕਿ ਇੱਕ ਮਹਿਕਮਾ ਨਹੀਂ, ਪੰਜਾਬ ਗੌਰਮੈਂਟ ਦੇ ਬਹੁਤ ਸਾਰੇ ਮਹਿਕਮੇ ਜਿਹੜੇ ਹੈਗੇ ਨੇ ਉਹ ਡਿਫਾਲਟਰ ਨੇ। ਇਸ ਤਰ੍ਹਾਂ ਕਹੋ ਕਿ ਉਹਨਾਂ ਨੇ ਬਿਜਲੀ ਦਾ ਬਿੱਲ ਨਹੀਂ ਦਿੱਤਾ, ਜਾਂ ਹੋ ਸਕਦਾ ਸੰਸਥਾ ਨੇ ਜਿਸ ਤਰ੍ਹਾਂ ਬਿਜਲੀ ਦਾ ਬਿੱਲ ਜਿਹੜਾ ਹੈਗਾ ਉਹ ਪੈਂਡਿੰਗ ਹੈ ਵਿੱਚ। ਜੇ ਆਮ ਬੰਦਾ ਜਿਹੜਾ ਹੈਗਾ ਠੀਕ ਠਾਕ ਬੰਦਾ, ਉਸ ਦੀ ਕਨੈਕਸ਼ਨ ਨਹੀਂ ਕੱਟਿਆ ਜਾ ਰਿਹਾ, ਤਾਂ ਫਿਰ ਉਹ ਜਿਹੜੇ ਲਾਚਾਰ ਲੋਕ ਨੇ, ਇਹ ਤੁਸੀਂ ਬੱਚਾ ਇੱਧਰ ਇਸ ਸਾਈਡ ਤੇ ਦੇਖਦੇ ਹੋ, ਆਹ ਬੱਚਾ ਤੁਸੀਂ ਦੇਖੋ ਤੁਹਾਡੇ ਸਾਹਮਣੇ, ਸਾਰਿਆਂ ਦੇ ਸਾਹਮਣੇ ਜਿਹੜਾ ਹੈਗਾ ਉਹ ਇੱਥੇ ਵੀ ਜਿਹੜਾ ਹੈਗਾ ਉਹ ਨਹੀਂ ਬੈਠ ਸਕਦਾ, ਕਿਉਂਕਿ ਇਹ ਸਾਰਾ ਕੰਫਰਟੇਬਲ ਜ਼ੋਨ ਹੈ ਜਿਹਦੇ 'ਚ ਆਪਾਂ ਹੁਣ ਬੈਠੇ ਹਾਂ। ਇਹਦੇ 'ਚ ਉਹ ਨਹੀਂ ਟਿਕ ਕੇ ਬੈਠ ਸਕਦਾ। ਮਤਲਬ ਹੈਗਾ ਕਿ ਇਸ ਬੱਚੇ ਨੂੰ ਤਾਂ ਸਾਡੇ ਨਾਲੋਂ ਕਿਤੇ ਜ਼ਿਆਦਾ ਜ਼ਰੂਰਤ ਹੈ ਬਿਜਲੀ ਦੀ, ਪਾਣੀ ਦੀ, ਹੋਰ ਸਹੂਲਤਾਂ ਦੀ ਜਿਹੜੀ ਹੈਗੀ ਆ ਉਹ ਸਾਰੀ ਜ਼ਰੂਰਤ ਹੈ। ਉਸ ਸੰਸਥਾ ਦੇ ਵਿੱਚ ਜੇ ਮੀਡੀਆ ਵਾਲੇ, ਤੁਸੀਂ ਬਹੁਤ ਸਾਰੇ ਫਰੈਂਡਸ ਮੈंने ਦੇਖਿਆ ਕਿ ਉੱਥੇ ਵੀ ਪਹਿਲਾਂ ਵਿਜ਼ਿਟ ਕੀਤਾ ਹੈ, ਜਾਂ ਸਰਕਾਰ ਆਪਣੇ ਤੌਰ ਤੇ, ਜਾਂ ਇਹ ਜਿਹੜੀ ਸਰਕਾਰ ਕਹਿੰਦੀ ਹੈ ਕਿ ਨਵੀਂ ਸਰਕਾਰ ਹੈ, ਜੇ ਉਹਨੂੰ ਅਜੇ ਤੱਕ ਮੌਕਾ, ਹਰ ਵਾਰੀ ਕਿਹਾ ਜਾ ਰਿਹਾ ਨਾ ਕਿ ਮੌਕਾ ਨਹੀਂ ਮਿਲਦਾ, ਉਹਨੂੰ ਕੋ ਤੁਹਾਨੂੰ ਇੱਕ ਮੌਕਾ ਦੇ ਦਿੰਦੇ ਆ। ਤੁਸੀਂ ਇੰਸਟੀਚਿਊਟ ਦੇ ਵਿੱਚ ਇਹਨਾਂ ਬੱਚਿਆਂ ਦੇ ਹਾਲਾਤ ਜਿਹੜੇ ਹੈਗੇ ਨੇ ਉਹ ਦੇਖੋ। ਇਹ ਕੋਈ 1 ਜਾਂ 2 ਜਾਂ 10 ਬੱਚੇ ਨਹੀਂ ਆ, ਉੱਥੇ ਸੈਂਕੜਿਆਂ ਦੇ ਹਿਸਾਬ ਨਾਲ ਬੱਚੇ ਨੇ, ਔਰ ਉਹਨਾਂ ਦੀ ਜੋ ਹਾਲਾਤ ਹੁੰਦੇ ਨੇ, ਮੈਂ ਐਜ਼ ਏ ਡਾਕਟਰ ਜਿਹੜਾ ਹੈਗਾ ਉਹ ਉਸ ਗੱਲ ਨੂੰ ਮਹਿਸੂਸ ਕਰ ਸਕਦਾ ਕਿ ਉਹਨਾਂ ਨੂੰ ਕਿੰਨੀਆਂ ਚੀਜ਼ਾਂ ਦੀ ਜਿਹੜੀ ਹੈਗੀ ਆ ਉਹ ਜ਼ਰੂਰਤ ਪੈਂਦੀ ਹੈ। ਅੱਜ ਜਿੱਥੇ ਅਸੀਂ ਖੜ੍ਹੇ ਹਾਂ, ਔਰ ਇਹ ਹਸਪੀਟਲ ਜਿਹੜਾ ਹੈਗਾ ਪ੍ਰਭ ਆਸਰਾ ਵੱਲੋਂ ਜਿਹੜਾ ਚਨਾਲੋਂ ਦੇ ਵਿੱਚ ਹਸਪੀਟਲ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਬਣਾਇਆ ਗਿਆ ਜਿਨ੍ਹਾਂ ਨੂੰ ਸਰਕਾਰ ਜਿਹੜੀ ਹੈ ਉਹ ਜ਼ਿਆਦਾ ਚੰਗੀ ਤਰ੍ਹਾਂ ਨਹੀਂ ਚਲਾਉਂਦੀ, ਔਰ ਉਹਨਾਂ ਲੋਕਾਂ ਦੇ ਸਹਾਰੇ ਵਾਸਤੇ ਇਹ ਜਿਹੜੀ ਇੰਸਟੀਟਿਊਸ਼ਨ ਬਣੀ ਹੋਈ ਹੈ। ਉੱਥੇ ਜਿੱਥੇ ਮੈਡੀਕਲ ਹੈਲਪ ਦੀ ਜ਼ਰੂਰਤ ਹੈਗੀ ਆ, ਉੱਥੇ ਉਸ ਦੀ ਰੀਹੈਬਿਲਿਟੇਸ਼ਨ ਹੋ ਰਹੀ ਹੈ। ਭਾਈ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਕਈ ਸੈਂਕੜੇ ਲੋਕ ਨੇ ਜਿਹੜੇ ਹੈਗੇ ਨੇ ਜਿਹੜੇ ਰੀਹੈਬਿਲਿਟੇਟ ਹੋ ਕੇ ਗਏ ਨੇ, ਔਰ ਉੱਥੇ ਜਿਹੜਾ ਸਟਾਫ ਵਰਕ ਕਰਦਾ ਉਸ ਦਾ ਵੀ ਮੇਨ ਮਕਸਦ ਜਿਹੜਾ ਹੈਗਾ ਉਹ ਇਹੀ ਸੀ ਕਿ ਇਹ ਜਿਹੜੇ ਬੇਸਹਾਰਾ ਲੋਕ ਨੇ, ਜਾਂ ਹੈਂਡੀਕੈਪਡ ਲੋਕ ਨੇ, ਜਾਂ ਮੈਂਟਲੀ ਰਿਟਾਰਡਡ ਲੋਕ ਨੇ, ਉਹਨਾਂ ਦੀ ਲਾਈਫ ਜਿਹੜੀ ਹੈਗੀ ਆ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਹੈ, ਔਰ ਉਹਨਾਂ ਦੀ ਲਾਈਫ ਨੂੰ ਸਿਖਾਉਣਾ ਬਣਾਉਣਾ ਹੈ। ਪਰ ਇਹ ਸਰਕਾਰ ਜਿਸ ਦੀ ਜ਼ਿੰਮੇਵਾਰੀ ਬਣਦੀ, ਜਿਸ ਤਰ੍ਹਾਂ ਆਪਾਂ ਵਰਡ ਯੂਜ਼ ਕਰਦੇ ਹਾਂ, ਹੈਲਥ ਐਂਡ ਐਜੂਕੇਸ਼ਨ ਜਿਹੜੇ ਨੇ, ਇਹ ਦੋਨੇ ਜਿਹੜੇ ਨੇ ਸੋਸ਼ਲ ਰਿਸਪੌਂਸਿਬਿਲਿਟੀ ਹੈ ਸਰਕਾਰ ਦੀ। ਇਹਦੇ 'ਚੋਂ ਪੈਸੇ ਕਮਾਏ ਨਹੀਂ ਜਾਂਦੇ। ਸਰਕਾਰ ਨੂੰ ਇਸ ਗੱਲ ਵਾਸਤੇ ਚਾਹੀਦਾ ਹੈ ਕਿ ਇਹ ਜਿਹੜੀ ਜ਼ਿੰਮੇਵਾਰੀ ਉਹ ਆਪਣੇ ਤੌਰ ਦੇ ਉੱਤੇ ਸਕੂਲ ਜਾਂ ਹਸਪਤਾਲ ਨਾ ਬਣਾ ਕੇ, ਜਿਹੜੀਆਂ ਸਵੈ ਸੇਵੀ ਸੰਸਥਾਵਾਂ ਹੈਗੀਆਂ ਨੇ, ਜਿਸ 'ਚ ਸਾਰੇ ਫਰੈਂਡਸ ਜਿਹੜੇ ਖੜ੍ਹੇ ਨੇ, ਜਿਨ੍ਹਾਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਨੇ ਭਾਈ ਸ਼ਮਸ਼ੇਰ ਸਿੰਘ,
ਇਹ ਅਗਰ ਅੱਗੇ ਲੱਗ ਕੇ ਆਪਣੀ ਲਾਈਫ ਜਿਹੜੀ ਹੈਗੀ ਹੈ, ਇਹਨਾਂ ਨੇ ਦੱਸਿਆ ਜਿਸ ਤਰ੍ਹਾਂ ਕਿ ਕਮਰਸ਼ੀਅਲ ਦੀ ਗੱਲ ਕਰਦੇ ਨੇ, ਭਾਈ ਸਾਹਿਬ ਨੂੰ ਕਿਹੜੀ ਤਨਖਾਹ ਦਿੰਦੀ ਹੈ ਸਰਕਾਰ ਜਿਹੜਾ ਕਮਰਸ਼ੀਅਲ ਕੰਮ ਚੱਲ ਰਿਹਾ ਉੱਥੇ, ਜਾਂ ਇਹ ਜਿੰਨੇ ਆਪਣੇ ਫਰੈਂਡਸ ਨੇ ਜਿਹੜੇ ਸਾਰੇ ਸਪੋਰਟ ਕਰਦੇ ਨੇ ਉਹਨਾਂ ਨੂੰ ਸਰਕਾਰ ਕਿਹੜੀ ਤਨਖਾਹ ਦਿੰਦੀ ਹੈ ਜਿਸ ਕਰਕੇ ਉਹਦੇ ਨਾਲ ਜਿਹੜਾ ਉਸ ਨੂੰ ਕਮਰਸ਼ੀਅਲ ਖਾਤਾ ਤੁਸੀਂ ਖੋਲ੍ਹਿਆ, ਇੰਸਟੀਟਿਊਸ਼ਨ ਦਾ ਹੋਵੇ, ਚਾਹੇ ਬਿਲਡਿੰਗ ਦੀ ਗੱਲ ਹੋਵੇ, ਚਾਹੇ ਉਹ ਬਿਜਲੀ ਦੀ ਗੱਲ ਹੋਵੇ। ਸੋ ਮੇਰੀ ਤੁਹਾਨੂੰ ਇਸ ਮੀਡੀਆ ਦੇ ਰਾਹੀਂ ਇਹ ਰਿਕੁਐਸਟ ਹੈ ਕਿ ਪੰਜਾਬ ਸਰਕਾਰ ਜਾਂ ਤਾਂ ਪਹਿਲਾਂ ਆਪਣੇ ਜਿੰਨੇ ਵੀ ਉਹਦੇ ਹਸਪਤਾਲ ਹੈਗੇ ਨੇ ਉਹਨਾਂ ਦੀ ਜਿਹੜੀ ਬਿਜਲੀ ਬੰਦ ਕਰ ਦੇਵੇ, ਕਿਉਂਕਿ ਉਹ ਵੀ ਸਾਰੇ ਡਿਫਾਲਟਰ ਨੇ, ਸਾਰੇ ਜਿਹੜੇ ਹੈਗੇ ਨੇ ਥਾਣੇ ਉਹਨਾਂ ਦੇ ਉਹ ਸਾਰੇ ਡਿਫਾਲਟਰ ਨੇ, ਉਹਨਾਂ ਦੀ ਬਿਜਲੀ ਬੰਦ ਕਰ ਦੇਵੇ। ਸਕੂਲਸ ਡਿਫਾਲਟਰ ਨੇ, ਸਕੂਲਸ ਬੰਦ ਕਰ ਦੇਵੇ। ਅਤੇ ਉਸ ਤੋਂ ਬਾਅਦ ਜਿਹੜੀਆਂ ਸਵੈ ਸੇਵਾ ਸੰਸਥਾਵਾਂ ਜਿਹੜੀ ਆਪਣੀ ਮਿਹਨਤ ਕਰਦੀਆਂ ਨੇ, ਲੋਕਾਂ ਦੇ ਅੱਗੇ ਹੱਥ ਜੋੜ ਕੇ ਉਹ ਡੋਨੇਸ਼ਨਸ ਇਕੱਠੀਆਂ ਕਰਦੀਆਂ ਨੇ ਅਤੇ ਜਿਹੜੇ ਗਰੀਬ ਜਾਂ ਬੇਸਹਾਰਾ ਲੋਕ ਨੇ ਉਹਨਾਂ ਦੀ ਹੈਲਪ ਕਰਦੀਆਂ ਨੇ, ਉਸ ਦੀ ਬਿਜਲੀ ਜਿਹੜੀ ਹੈਗੀ ਹੈ, ਜਾਂ ਪਾਣੀ ਦੀ ਗੱਲ ਹੋਵੇ ਜਾਂ ਕੋਈ ਕਮਰਸ਼ੀਅਲ ਐਕਟੀਵਿਟੀਜ਼ ਦੀ ਗੱਲ ਹੋਵੇ, ਉਹ ਬਾਅਦ 'ਚ ਹੋਣੀ ਚਾਹੀਦੀ ਹੈ। ਸੋ ਮੈਂ ਇੱਦਾਂ ਕਹਿੰਦਾ ਹੋਇਆ ਕਿ ਇੱਕ ਪੇਸ਼ੈਂਟ ਦੇ ਬਾਰੇ ਮੈਂ ਤੁਹਾਨੂੰ ਇਹ ਦੱਸਿਆ ਕਿ ਮੈਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਸਾਹਮਣੇ ਬੱਚਾ ਬੈਠਾ, ਤੁਹਾਡੇ ਸਾਹਮਣੇ ਬੱਚੇ ਬੈਠੇ ਨੇ, ਪਿੱਛੇ ਬੈਠੇ ਨੇ, ਕਦੀ ਇਹਨਾਂ ਕੋਲੋਂ ਪੁੱਛ ਕੇ ਦੇਖੋ ਕਿ ਇਹਨਾਂ ਦੀ ਲਾਈਫ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਦੀ ਹੈਗੀ ਹੈ। ਸੋ ਇਸ ਮੀਡੀਆ ਦੇ ਰਾਹੀਂ ਔਰ ਇਹ ਲੋਕਾਂ ਦੀ ਪੁਕਾਰ ਜਿਹੜੀ ਹੈਗੀ ਹੈ, ਜਿਹੜੇ ਹੈਂਡੀਕੈਪਡ ਲੋਕ ਨੇ, ਮੈਂਟਲੀ ਰਿਟਾਰਡਡ ਨੇ, ਜਿਨ੍ਹਾਂ ਨੂੰ ਲੋਕ ਸੇਵਾ ਦੀ ਜ਼ਰੂਰਤ ਹੈਗੀ ਹੈ, ਜਾਂ ਸਰਕਾਰ ਦੀ ਮੈਂ ਕਹਾਂਗਾ ਕਿ ਨਾਕਾਮਯਾਬੀ ਜਾਂ ਨਿਕੰਮਾਪਨ ਜਿਹੜਾ ਹੈਗਾ, ਉਸ ਨੂੰ ਜਿਹੜੀਆਂ ਇੰਸਟੀਟਿਊਸ਼ਨ ਸਪੋਰਟ ਕਰ ਰਹੀਆਂ ਨੇ, ਉਹਨਾਂ ਇੰਸਟੀਟਿਊਸ਼ਨ ਦੇ ਨੂੰ ਸਰਕਾਰ ਦਾ ਫਰਜ਼ ਬਣਦਾ ਕਿ ਉਹ ਜਿਹੜਾ ਉਹਨਾਂ ਦਾ ਕੰਮ ਸਰਕਾਰ ਨੇ ਕਰਨਾ ਸੀ। ਭਾਈ ਸਾਹਿਬ ਨੇ ਦੱਸਿਆ ਕਿ ਮੈਂਟਲ ਹੈਲਥ ਦੀ ਗੱਲ ਹੋਈ, ਲੰਬਾ ਚੌੜਾ ਐਕਟ ਬਣਾਇਆ, ਲੇਕਿਨ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਸੰਸਥਾਵਾਂ ਅੱਗੇ ਹੋ ਕੇ ਲੋਕ ਹਿੱਤ 'ਚ ਕੰਮ ਕਰ ਰਹੀਆਂ ਨੇ ਉਹਨਾਂ ਦੀ ਸਰਕਾਰ ਸਪੋਰਟ ਕਰੇ, ਔਰ ਇਸ ਕੰਮ ਵਾਸਤੇ ਅਸੀਂ ਸਾਰੇ ਜਿਹੜੇ ਹੈਗੇ ਆ ਉਹ ਇਕੱਠੇ ਹੋਏ ਆ। ਸੋ ਅੱਗੇ ਜੋ ਵੀ ਹੈਗਾ ਉਹ ਸਤਨਾਮ ਜੀ ਨੈਕਸਟ ਅੱਗੇ ਤੁਹਾਨੂੰ